दोस्तों अक्सर ही कई सारे लोग पेट ਦੇ ਰੋਗਾਂ ਤੋਂ ਬਹੁਤ ਪਰੇਸ਼ਾਨ ਹੁੰਦੇ ਆ। पेट ਦੇ ਰੋਗ ਜਿਵੇਂ ਕਿ पेट गैस, कब्ज, बदहजमी ਜਾਨੀ ਕਿ ਖਾਣੇ ਦਾ ਚੰਗੀ ਤਰ੍ਹਾਂ ਨਾ ਪਚਣਾ, ਖੱਟੇ ਢਕਾਰ ਆਣੇ, पेट ਜਾਂ ਛਾਤੀ ਦੇ ਵਿੱਚ ਜਲਣ ਲੱਗੀ ਰਹਿਣੀ। ਇਸ ਤੋਂ ਇਲਾਵਾ पेट ਕੱਸਿਆ ਰਹਿਣਾ, पेट ਦੇ ਵਿੱਚ ਦਰਦ ਰਹਿਣਾ ਜਾਂ ਫਿਰ पेट ਦਾ ਚੰਗੀ ਤਰ੍ਹਾਂ ਸਾਫ਼ ਨਾ ਹੋਣਾ। ਦੇਖੋ ਇਸ ਤਰ੍ਹਾਂ ਦੀਆਂ ਸਾਡੇ पेट ਦੀਆਂ ਹੋਰ ਵੀ ਕਈ ਸਾਰੀਆਂ ਸਮੱਸਿਆਵਾਂ ਹੁੰਦੀਆਂ ਹੈ, ਜਿਸ ਦਾ ਮੁੱਖ ਕਾਰਨ ਹੁੰਦਾ ਹੈ ਖਾਣੇ ਦਾ ਡਾਈਜੈਸਟ ਨਾ ਹੋਣਾ ਤੇ पेट ਦੇ ਵਿੱਚ ਲੋੜ ਤੋਂ ਜ਼ਿਆਦਾ ਤੇਜ਼ਾਬ ਦਾ ਬਣਨਾ। ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਹੀ पेट ਦੇ ਵਿੱਚ ਬਣ ਰਿਹਾ ਲੋੜ ਤੋਂ ਜ਼ਿਆਦਾ ਤੇਜ਼ਾਬ ਕਦੋਂ ਸਾਡੇ ਸਰੀਰ ਦੇ ਵਿੱਚ ਕੈਂਸਰ ਵਰਗੀ ਖਤਰਨਾਕ ਭੈੜੀ ਬਿਮਾਰੀ ਨੂੰ ਜਨਮ ਦੇ ਦੇਵੇ, ਇਸ ਗੱਲ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਦੇਖੋ ਜਿਵੇਂ ਕਿ ਇੱਕ ਛੋਟਾ ਪੌਦਾ ਅੱਗੇ ਜਾ ਕੇ ਵੱਡਾ ਦਰਖਤ ਬਣਦਾ ਹੈ, ਬਿਲਕੁਲ ਉਸੇ ਤਰ੍ਹਾਂ ਹੀ ਇਹੀ पेट ਦੀ ਸਮੱਸਿਆ ਅੱਗੇ ਜਾ ਕੇ ਸਾਡੇ ਸਰੀਰ ਦੇ ਵਿੱਚ ਹੋਰ ਵੀ ਕਈ ਸਾਰੇ ਭਿਆਨਕ ਰੋਗਾਂ ਨੂੰ ਜਨਮ ਦੇ ਸਕਦੀ ਹੈ। ਇਸ ਲਈ ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਐਸੇ ਘਰੇਲੂ ਜ਼ਬਰਦਸਤ ਉਪਾਅ ਦੇ ਬਾਰੇ ਦੱਸਾਂਗੇ ਜਿਸ ਦੇ ਇਸਤੇਮਾਲ ਕਰਨ ਦੇ ਨਾਲ ਤੁਸੀਂ ਆਪਣੀਆਂ ਇਸ पेट ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਇਸ ਦੇ ਨਾਲ ਹੀ पेट ਦੀ ਖਰਾਬੀ ਤੋਂ ਹੋਣ ਵਾਲੀਆਂ ਭੈੜੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਦੇਖੋ ਇਸ ਦਾ ਉਪਾਅ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਬਹੁਤ ਸਾਰੇ ਲੋਕ ਹਮੇਸ਼ਾ ਇਹੀ ਗਲਤੀ ਕਰਦੇ ਆ ਕਿ ਕੋਈ ਵੀ ਬਿਮਾਰੀ ਆਉਣ ਤੇ ਉਹ ਉਸ ਬਿਮਾਰੀ ਦਾ ਕਾਰਨ ਜਾਣਨ ਤੋਂ ਪਹਿਲਾਂ ਇਲਾਜ ਵੱਲ ਨੂੰ ਭੱਜਦੇ ਆ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਉਹਨਾਂ ਨੂੰ ਇਹ ਹੁੰਦਾ ਹੈ ਕਿ ਜਦੋਂ ਤੱਕ ਉਹ ਲੋਕ ਦਵਾਈਆਂ ਖਾਂਦੇ ਆ ਉਦੋਂ ਤੱਕ ਉਹ ਠੀਕ ਰਹਿੰਦੇ ਆ, ਪਰ ਜਿੱਦਾਂ ਹੀ ਉਹ ਦਵਾਈਆਂ ਲੈਣੀਆਂ ਬੰਦ ਕਰਦੇ ਆ ਉਹਨਾਂ ਦੀ ਉਹੀ ਸਮੱਸਿਆ ਫਿਰ ਉਹਨਾਂ ਦੇ ਸਾਹਮਣੇ ਖੜੀ ਹੁੰਦੀ ਹੈ। ਇਸ ਲਈ ਦੋਸਤੋ ਸਭ ਤੋਂ ਪਹਿਲਾਂ ਸਾਡੇ ਲਈ ਇਸ ਦਾ ਕਾਰਨ ਜਾਣਨਾ ਬਹੁਤ ਜ਼ਰੂਰੀ ਆ ਕਿ ਆਖਿਰ ਇਹ ਸਮੱਸਿਆ ਬਾਰ-ਬਾਰ ਕਿਉਂ ਪੈਦਾ ਹੁੰਦੀ ਆ। ਦੇਖੋ ਤਾਂ ਹੀ ਅਸੀਂ ਇਹਨਾਂ ਭੈੜੀਆਂ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਦੇ ਹਾਂ। ਤਾਂ ਚਲੋ ਦੋਸਤੋ ਪਹਿਲਾਂ ਜਾਣਦੇ ਹਾਂ ਕਿ ਆਖਿਰ ਇਹ पेट ਦੀ ਸਮੱਸਿਆ ਕਿਉਂ ਹੁੰਦੀ ਆ ਤੇ ਇਸ ਦਾ ਸਾਨੂੰ ਅੱਗੇ ਜਾ ਕੇ ਕੀ ਨੁਕਸਾਨ ਹੋ ਸਕਦਾ ਹੈ। ਦੇਖੋ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਉਹ ਖਾਣਾ ਸਾਡੇ ਮੂੰਹ ਦੇ ਵਿੱਚੋਂ ਹੁੰਦਾ ਹੋਇਆ ਸਾਡੇ ਫੂਡ ਪਾਈਪ ਦੇ ਰਾਹੀਂ ਸਾਡੇ ਮੈਦੇ ਤੱਕ ਪਹੁੰਚਦਾ ਹੈ ਤੇ ਸਾਡੇ ਮੈਦੇ ਦੇ ਵਿੱਚ ਖਾਣੇ ਨੂੰ ਪਚਾਉਣ ਦੇ ਲਈ ਇੱਕ ਐਸਿਡ ਬਣਦਾ ਹੈ ਜੋ ਕਿ ਖਾਣੇ ਨੂੰ ਗਾਲ ਕੇ ਉਹਦੇ ਵਿੱਚੋਂ ਰਸ ਕੱਢਦਾ ਹੈ। ਦੇਖੋ ਜੇਕਰ ਸਾਡੇ ਮੈਦੇ ਦੇ ਵਿੱਚ ਐਸਿਡ ਤੇਜ਼ਾਬ ਦਾ ਲੈਵਲ ਵਧਣ ਲੱਗ ਜਾਂਦਾ ਹੈ ਤਾਂ ਸਾਡਾ ਖਾਧਾ ਗਿਆ ਖਾਣਾ ਗਲਣ ਦੀ ਬਜਾਏ ਮੈਦੇ ਦੇ ਵਿੱਚ ਪਿਆ ਸੜਦਾ ਰਹਿੰਦਾ ਹੈ, ਜਿਸ ਦਾ ਸਾਡੀ ਸਿਹਤ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਦੋਸਤੋ ਸਾਡੇ पेट ਦੇ ਵਿੱਚ ਲੋੜ ਤੋਂ ਜ਼ਿਆਦਾ ਤੇਜ਼ਾਬ ਬਣਨ ਦੇ ਨਾਲ पेट ਦੇ ਵਿੱਚ ਗੈਸ ਦਾ ਬਣਨਾ, पेट ਭਰਿਆ ਲੱਗਣਾ, ਖੱਟੇ ਢਕਾਰ ਆਣੇ, ਉਲਟੀ ਵਰਗੀ ਫੀਲਿੰਗ ਆਣੀ, ਇਸ ਤੋਂ ਇਲਾਵਾ ਚੱਕਰ ਆਣੇ, ਘਬਰਾਹਟ ਹੋਣੀ ਜਾਂ ਫਿਰ ਭੁੱਖ ਘੱਟ ਲੱਗਣ ਦੇ ਨਾਲ ਸਿਰ ਦਰਦ ਵਰਗੀ ਸਮੱਸਿਆ ਵੀ ਸ਼ੁਰੂ ਹੋਣ ਲੱਗ ਜਾਂਦੀ ਹੈ। ਦੋਸਤੋ ਇੰਨਾ ਹੀ ਨਹੀਂ ਬਲਕਿ ਜੇਕਰ ਇਹੀ ਤੇਜ਼ਾਬ ਦੀ ਸਮੱਸਿਆ ਜੇਕਰ ਸਾਡੇ ਸਰੀਰ ਦੇ ਵਿੱਚ ਜ਼ਿਆਦਾ ਸਮੇਂ ਤੱਕ ਰਹਿੰਦੀ ਆ ਤਾਂ ਇਸ ਨਾਲ पेट ਦੇ ਵਿੱਚ ਅਲਸਰ ਦੀ ਸਮੱਸਿਆ ਹੋ ਜਾਂਦੀ ਆ। ਦੇਖੋ ਅਲਸਰ ਜਾਨੀ ਕਿ ਸਾਡੇ ਮੈਦੇ ਦੇ ਵਿੱਚ ਜਾਂ ਫੂਡ ਪਾਈਪ ਦੇ ਵਿੱਚ ਜ਼ਖਮ ਬਣਨ ਲੱਗ ਜਾਂਦੇ ਆ, ਜਿਸ ਵਿੱਚ ਜਦੋਂ ਵੀ ਉਹ ਲੋਕ ਖਾਣਾ ਖਾਂਦੇ ਆ ਤਾਂ ਉਹਨਾਂ ਦੇ पेट ਦੇ ਵਿੱਚ ਜਾਂ ਫਿਰ ਛਾਤੀ ਦੇ ਵਿੱਚ ਜਲਣ ਲੱਗੀ ਰਹਿੰਦੀ ਹੈ। ਦੇਖੋ ਇੰਨਾ ਹੀ ਨਹੀਂ, ਇਹੀ ਅਲਸਰ ਦੀ ਸਮੱਸਿਆ ਜੇਕਰ ਜ਼ਿਆਦਾ ਸਮੇਂ ਤੱਕ ਬਣੀ ਰਹਿੰਦੀ ਆ ਤਾਂ ਕਈਆਂ ਨੂੰ ਖੂਨ ਦੀਆਂ ਉਲਟੀਆਂ ਵੀ ਆਉਣ ਲੱਗ ਜਾਂਦੀਆਂ ਹੈ। ਤੇ ਦੋਸਤੋ ਇਹੀ ਤੇਜ਼ਾਬ ਜੇਕਰ ਸਾਡੇ ਖੂਨ ਦੇ ਵਿੱਚ ਚਲਾ ਜਾਵੇ ਤਾਂ ਖੂਨ ਦੇ ਵਿੱਚ ਐਸਿਡਿਟੀ ਬਣਨ ਲੱਗ ਜਾਂਦੀ ਹੈ, ਜਿਸ ਦੇ ਕਾਰਨ ਸਾਡਾ ਖੂਨ ਗੰਦਾ ਤੇ ਗਾੜਾ ਹੋਣ ਲੱਗ ਜਾਂਦਾ ਹੈ। ਜਾਨੀ ਕਿ ਦੋਸਤੋ ਖੂਨ ਦੇ ਵਿੱਚ ਐਸਿਡਿਟੀ ਬਣਨ ਦੇ ਨਾਲ ਦੇਖੋ पेट ਦੀ ਸਮੱਸਿਆ ਰਹਿਣੀ, ਵਾਲਾਂ ਦਾ ਝੜਨਾ ਤੇ ਸਕਿਨ ਡਰਾਈ ਹੋਣ ਲੱਗ ਜਾਂਦੀ ਆ ਤੇ ਇਸ ਦੇ ਨਾਲ ਹੀ ਸਿਰ ਦਰਦ, ਡਿਪਰੈਸ਼ਨ ਤੇ ਨਾੜੀਆਂ ਦੀ ਕਮਜ਼ੋਰੀ ਵੀ ਆਉਣ ਲੱਗ ਜਾਂਦੀ ਆ। ਦੇਖੋ ਇੰਨਾ ਹੀ ਨਹੀਂ, ਸਰੀਰ ਦੇ ਵਿੱਚ ਦਰਦ ਰਹਿਣ ਦੇ ਨਾਲ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਤੇ ਇਸ ਦੇ ਨਾਲ ਹੀ ਦਿਲ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਖਤਰਾ ਵੱਧਦਾ ਆ। ਦੇਖੋ ਖੂਨ ਦੇ ਵਿੱਚ ਐਸਿਡਿਟੀ ਬਣਨ ਦੇ ਨਾਲ ਸਾਡਾ ਇਮਿਊਨਿਟੀ ਸਿਸਟਮ ਵੀਕ ਹੋ ਜਾਂਦਾ ਹੈ, ਜਾਨੀ ਕਿ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਘਟ ਜਾਂਦੀ ਹੈ, ਜਿਸ ਕਾਰਨ ਅਸੀਂ ਹੋਰ ਵੀ ਕਈ ਸਾਰੀਆਂ ਬਿਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਹਾਂ। ਦੋਸਤੋ ਖੂਨ ਦੇ ਵਿੱਚ ਐਸਿਡਿਟੀ ਬਣਨ ਦੇ ਕਈ ਸਾਰੇ ਅਨੇਕਾਂ ਹੀ ਕਾਰਨ ਹੁੰਦੇ ਆ, ਜਿਨ੍ਹਾਂ ਵਿੱਚੋਂ ਕੁਝ ਮੋٹے ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਦੇਖੋ ਜਿਵੇਂ ਕਿ ਸ਼ੂਗਰ ਦੇ ਕਾਰਨ, ਇਸ ਤੋਂ ਇਲਾਵਾ ਕਿਡਨੀਆਂ ਜਾਂ ਲੀਵਰ ਦੀ ਕਮਜ਼ੋਰੀ ਦੇ ਕਾਰਨ। ਦੋਸਤੋ ਜ਼ਿਆਦਾ ਸਮੇਂ ਤੋਂ ਕੈਮੀਕਲ ਵਾਲੀਆਂ ਅੰਗਰੇਜ਼ੀ ਦਵਾਈਆਂ ਇਸਤੇਮਾਲ ਕਰਨ ਦੇ ਨਾਲ ਵੀ ਇਹ ਸਮੱਸਿਆ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਮੋਟਾਪੇ ਦੇ ਕਾਰਨ, ਜ਼ਿਆਦਾ ਚਾਹ ਪੀਣ ਦੇ ਨਾਲ ਜਾਂ ਫਿਰ ਕੌਫੀ ਪੀਣ ਦੇ ਨਾਲ ਉਹਦੇ ਕਾਰਨ ਵੀ पेट ਦੇ ਵਿੱਚ ਐਸਿਡ ਦਾ ਲੈਵਲ ਵੱਧਦਾ ਆ ਤੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਦੇ ਕਾਰਨ ਵੀ ਕਈ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹੈ। ਇਸ ਤੋਂ ਇਲਾਵਾ ਜ਼ਿਆਦਾ ਤਲੀਆਂ ਫਲੀਆਂ, ਮਿਰਚ ਮਸਾਲੇ ਵਾਲੀਆਂ ਚਟਪਟੀਆਂ ਤੇ ਮਸਾਲੇਦਾਰ ਚੀਜ਼ਾਂ ਖਾਣ ਦੇ ਨਾਲ ਵੀ ਐਸਿਡਿਟੀ ਦੀ ਸਮੱਸਿਆ ਸ਼ੁਰੂ ਹੁੰਦੀ ਹੈ। ਇਸ ਲਈ ਦੇਖੋ ਜੋ ਚੀਜ਼ ਜ਼ਿਆਦਾ ਤੇਜ਼ਾਬ ਪੈਦਾ ਕਰਦੀ ਆ ਉਸ ਨੂੰ ਤੁਸੀਂ ਆਪਣੀ ਡਾਈਟ ਦੇ ਵਿੱਚ ਲੈਣਾ ਬਿਲਕੁਲ ਬੰਦ ਕਰ ਦਿਓ, ਕਿਉਂਕਿ ਜੋ ਅਸੀਂ ਫਾਸਟ ਫੂਡ ਜਾਂ ਫਿਰ ਮਿਰਚ ਮਸਾਲੇ ਵਾਲੇ ਤਲੇ ਫਲੇ ਪਕਵਾਨ ਖਾਂਦੇ ਹਾਂ, ਦੇਖੋ ਇਹਨਾਂ ਚੀਜ਼ਾਂ ਨੂੰ ਪਚਾਉਣ ਦੇ ਲਈ ਸਾਡੇ पेट ਦਾ ਕਚੁੰਬਰ ਨਿਕਲ ਜਾਂਦਾ ਹੈ। ਇਸ ਲਈ ਦੇਖੋ ਸਭ ਤੋਂ ਪਹਿਲਾਂ ਪਰਹੇਜ਼ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਸਾਡਾ ਗਲਤ ਖਾਣ ਪਾਣ ਹੋਏਗਾ ਤਾਂ ਦੇਖੋ ਤੁਸੀਂ ਆਪਣੀਆਂ ਹੈਲਥ ਸਮੱਸਿਆਵਾਂ ਦਾ ਜਿੰਨਾ ਮਰਜ਼ੀ ਉਪਚਾਰ ਕਰਦੇ ਰਹੋ, ਇਹ ਇਦਾਂ ਕਦੀ ਵੀ ਜਲਦੀ ਠੀਕ ਨਹੀਂ ਹੋਣਗੀਆਂ। ਇਸ ਲਈ ਆਪਣੀ ਡਾਈਟ ਦੇ ਵਿੱਚ ਹਰੀਆਂ ਸਬਜ਼ੀਆਂ ਸ਼ਾਮਿਲ ਕਰੋ ਤੇ ਦਿਨ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਾਣੀ ਪੀਓ ਤੇ ਕਦੇ ਵੀ ਭੋਜਨ ਕਰਦੇ ਸਮੇਂ ਪਾਣੀ ਬਿਲਕੁਲ ਨਾ ਪੀਓ। ਹਮੇਸ਼ਾ ਖਾਣਾ ਖਾਣ ਤੋਂ 1 ਘੰਟੇ ਬਾਅਦ ਹੀ ਪਾਣੀ ਪੀਓ ਤੇ ਇਸ ਦੇ ਨਾਲ ਹੀ ਆਪਣੇ ਭੋਜਨ ਨੂੰ ਹਮੇਸ਼ਾ ਚੰਗੀ ਤਰ੍ਹਾਂ ਚਬਾ ਕੇ ਹੀ ਖਾਓ। ਦੋਸਤੋ ਪਰਹੇਜ਼ ਕਰਨ ਦੇ ਨਾਲ ਮੈਂ ਤੁਹਾਨੂੰ ਇਸ ਦੇ ਕੁਝ ਜ਼ਬਰਦਸਤ ਉਪਾਅ ਦੇ ਬਾਰੇ ਦੱਸਾਂਗਾ, ਜਿਸ ਦਾ ਇਸਤੇਮਾਲ ਕਰਕੇ ਤੁਸੀਂ ਇਸ
ਪੇਟ ਦੀ ਐਸਿਡਿਟੀ ਤੇ ਇਸ ਖੂਨ ਦੀ ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਇਸ ਦੇ ਨਾਲ ਹੋਣ ਵਾਲੀਆਂ ਕਈ ਸਾਰੀਆਂ ਭੈੜੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਦੇਖੋ ਸਭ ਤੋਂ ਪਹਿਲਾ ਜੋ ਉਪਾਅ ਹੈ ਉਹ ਹੈ ਅਜਵਾਇਣ ਤੇ ਕਾਲਾ ਨਮਕ। ਦੋਸਤੋ ਤੁਸੀਂ ਅੱਧਾ ਚਮਚ ਅਜਵਾਇਣ ਦਾ ਲਓ ਤੇ ਇਸ ਵਿੱਚ 2 ਤੋਂ 3 ਚੁਟਕੀ ਕਾਲਾ ਨਮਕ ਮਿਲਾ ਕੇ ਰੋਟੀ ਖਾਣ ਤੋਂ ਤੁਰੰਤ ਬਾਅਦ ਇਸ ਅਜਵਾਇਣ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਇਸ ਦੇ ਨਾਲ ਤੁਹਾਨੂੰ ਇਸ ਤੇਜ਼ਾਬ ਦੀ ਸਮੱਸਿਆ ਤੋਂ ਇਮੀਡੀਏਟਲੀ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ। ਦੋਸਤੋ ਅਜਵਾਇਣ ਇੱਕ ਚਮਤਕਾਰੀ ਔਸ਼ਧੀ ਦਾ ਕੰਮ ਕਰਦੀ ਹੈ। ਦੇਖੋ ਇਸ ਉਪਾਅ ਨੂੰ ਤੁਸੀਂ ਦਿਨ ਦੇ ਵਿੱਚ 2 ਵਾਰ ਕਰਨਾ ਹੈ, ਜਾਣੀ ਕਿ ਤੁਸੀਂ ਲਗਾਤਾਰ ਇਸ ਦਾ ਇਸਤੇਮਾਲ ਸਵੇਰੇ ਸ਼ਾਮ ਕਰ ਸਕਦੇ ਹਾਂ। ਦੋਸਤੋ ਇਹ ਨੁਸਖਾ ਬਹੁਤ ਹੀ ਪਾਵਰਫੁਲ ਤੇ ਕਾਰਗਰ ਨੁਸਖਾ ਹੈ ਜੋ ਕਿ ਸਾਨੂੰ ਇਸ ਤੇਜ਼ਾਬ ਦੀ ਸਮੱਸਿਆ ਤੋਂ ਕਾਫੀ ਰਾਹਤ ਦਿਵਾਉਂਦਾ ਹੈ। ਤੁਹਾਨੂੰ ਪਹਿਲੇ ਕੁਝ ਦਿਨਾਂ ਦੇ ਅੰਦਰ ਹੀ ਇਸ ਦੇ ਜ਼ਬਰਦਸਤ ਨਤੀਜੇ ਦੇਖਣ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ ਜੋ ਦੂਸਰਾ ਉਪਾਅ ਹੈ ਉਹ ਹੈ ਮਿੱਠਾ ਸੋਡਾ। ਦੇਖੋ ਹੁਣ ਤੁਸੀਂ ਕੀ ਕਰਨਾ ਹੈ। ਸਭ ਤੋਂ ਪਹਿਲਾਂ 1 ਗਲਾਸ ਪਾਣੀ ਦਾ ਲੈਣਾ ਹੈ ਤੇ ਉਸ ਵਿੱਚ ਅੱਧਾ ਚਮਚ ਮਿੱਠਾ ਸੋਡਾ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇਸ ਦਾ ਸੇਵਨ ਤੁਸੀਂ ਸਵੇਰੇ ਖਾਣਾ ਖਾਣ ਤੋਂ 2 ਘੰਟੇ ਬਾਅਦ ਜਾਂ ਦੁਪਹਿਰ ਦੇ ਵੇਲੇ ਕਰਨਾ ਹੈ ਤੇ ਇਸ ਦਾ ਸੇਵਨ ਤੁਸੀਂ ਦਿਨ ਦੇ ਵਿੱਚ ਸਿਰਫ 1 ਵਾਰ ਹੀ ਕਰਨਾ ਹੈ। ਦੋਸਤੋ ਇਹ ਨੁਸਖਾ ਸਾਨੂੰ ਇਸ ਤੇਜ਼ਾਬ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੇ ਵਿੱਚ ਇੱਕ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਪਰ ਦੇਖੋ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਦੇਖੋ ਉਹ ਲੋਕ ਇਸ ਦਾ ਸੇਵਨ ਨਾ ਕਰਨ, ਬਾਕੀ ਸਾਰੇ ਇਸ ਦਾ ਸੇਵਨ ਕਰ ਸਕਦੇ ਆ। ਇਸ ਤੋਂ ਇਲਾਵਾ ਜੋ ਅਗਲਾ ਉਪਾਅ ਹੈ ਉਹ ਹੈ ਤੁਲਸੀ ਦੇ ਪੱਤੇ। ਦੋਸਤੋ ਤੁਸੀਂ ਤੁਲਸੀ ਦੇ 2 ਤੋਂ 3 ਪੱਤੇ ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ ਚੰਗੀ ਤਰ੍ਹਾਂ ਚਬਾ ਕੇ ਖਾਂਦੇ ਆ ਤਾਂ ਇਹ ਸਾਡੀ ਇਸ ਤੇਜ਼ਾਬ ਦੀ ਸਮੱਸਿਆ ਨੂੰ ਠੀਕ ਕਰਨ ਦੇ ਨਾਲ ਪੇਟ ਦੀਆਂ ਰੋਗਾਂ ਤੋਂ ਤੇ ਸਰੀਰ ਦੀਆਂ ਹੋਰ ਵੀ ਕਈ ਸਾਰੀਆਂ ਬਿਮਾਰੀਆਂ ਦਾ ਜੜ ਤੋਂ ਇਲਾਜ ਕਰਨ ਦੇ ਵਿੱਚ ਇਹ ਸਾਨੂੰ ਬਹੁਤ ਫਾਇਦਾ ਕਰਦੀ ਹੈ। ਇਸ ਤੋਂ ਇਲਾਵਾ ਜੋ ਅਗਲਾ ਉਪਾਅ ਹੈ ਉਸ ਨੂੰ ਤਿਆਰ ਕਰਨ ਦੇ ਲਈ ਸਾਨੂੰ 5 ਚੀਜ਼ਾਂ ਦੀ ਜ਼ਰੂਰਤ ਪੈਣੀ ਆ ਜੋ ਕਿ ਤੁਹਾਨੂੰ ਬੜੀ ਹੀ ਆਸਾਨੀ ਦੇ ਨਾਲ ਮਿਲ ਜਾਣਗੀਆਂ। ਜਿਸ ਵਿੱਚ ਜੋ ਚੀਜ਼ ਸਾਨੂੰ ਸਭ ਤੋਂ ਪਹਿਲਾਂ ਚਾਹੀਦੀ ਆ ਉਹ ਹੈ ਲੌਕੀ। ਦੂਸਰੀ ਚੀਜ਼ ਅਸੀਂ ਲਵਾਂਗੇ ਹਰੇ ਧਨੀਏ ਦੇ 8 ਤੋਂ 10 ਪੱਤੇ। ਤੀਸਰੀ ਚੀਜ਼ ਅਸੀਂ ਲਵਾਂਗੇ 3 ਤੋਂ 4 ਪੱਤੇ ਪੁਦੀਨੇ ਦੇ ਤੇ ਦੋਸਤੋ ਚੌਥੀ ਚੀਜ਼ ਅਸੀਂ 3 ਤੋਂ 4 ਪੱਤੇ ਤੁਲਸੀ ਦੇ ਲੈਣੇ ਆ। ਇਸ ਤੋਂ ਬਾਅਦ ਨੰਬਰ 5 ਤੇ ਜੋ ਚੀਜ਼ ਅਸੀਂ ਲਵਾਂਗੇ ਉਹ ਹੈ ਕਾਲੀ ਮਿਰਚ ਪੀਸੀ ਹੋਈ। ਦੇਖੋ ਹੁਣ ਅਸੀਂ ਕੀ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਲੌਕੀ ਦਾ 1 ਗਲਾਸ ਜੂਸ ਕੱਢ ਲੈਣਾ ਹੈ। ਉਸ ਤੋਂ ਬਾਅਦ ਹੁਣ ਅਸੀਂ 8 ਤੋਂ 10 ਪੱਤੇ ਧਨੀਏ ਦੇ ਲਵਾਂਗੇ ਤੇ 3 ਤੋਂ 4 ਪੱਤੇ ਪੁਦੀਨੇ ਦੇ ਤੇ 3 ਤੋਂ 4 ਪੱਤੇ ਹੀ ਤੁਲਸੀ ਦੇ ਲਵਾਂਗੇ। ਹੁਣ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਤਲਬ ਕਿ ਧਨੀਏ ਦੇ, ਪੁਦੀਨੇ ਦੇ ਤੇ ਤੁਲਸੀ ਦੇ ਪੱਤਿਆਂ ਨੂੰ ਇੱਕੋ ਜਗ੍ਹਾ ਮਿਕਸ ਕਰਕੇ ਦੋਸਤੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਬਰੀਕ ਪੀਸ ਕੇ ਇੱਕ ਚਟਨੀ ਦੀ ਤਰ੍ਹਾਂ ਬਰੀਕ ਪੇਸਟ ਤਿਆਰ ਕਰ ਲੈਣਾ ਹੈ ਤੇ ਹੁਣ ਇਸ ਪੇਸਟ ਨੂੰ ਲੌਕੀ ਦੇ ਜੂਸ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਉਸ ਤੋਂ ਬਾਅਦ ਹੁਣ ਤੁਸੀਂ ਇਸ ਵਿੱਚ 2 ਚੁਟਕੀ ਕਾਲੀ ਮਿਰਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਸਵਾਦ ਦੇ ਅਨੁਸਾਰ ਤੁਸੀਂ ਇਸ ਵਿੱਚ ਕਾਲਾ ਨਮਕ ਪਾ ਲੈਣਾ ਹੈ। ਤਾਂ ਦੋਸਤੋ ਇਹ ਸਾਡਾ ਬਹੁਤ ਹੀ ਕਮਾਲ ਦਾ ਜ਼ਬਰਦਸਤ ਨੁਸਖਾ ਬਣ ਕੇ ਤਿਆਰ ਹੋ ਚੁੱਕਾ ਹੈ। ਦੇਖੋ ਤੁਸੀਂ ਇਸ 1 ਗਲਾਸ ਲੌਕੀ ਦੇ ਜੂਸ ਦਾ ਸੇਵਨ ਸਵੇਰੇ ਖਾਲੀ ਪੇਟ ਦਿਨ ਵਿੱਚ 1 ਵਾਰ ਕਰਨਾ ਹੈ ਤੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ 1 ਘੰਟੇ ਤੱਕ ਨਾ ਤਾਂ ਦੇਖੋ ਤੁਸੀਂ ਕੁਝ ਖਾਣਾ ਹੈ ਤੇ ਨਾ ਹੀ ਕੁਝ ਪੀਣਾ ਹੈ। ਦੋਸਤੋ ਇਹ ਨੁਸਖਾ ਤੁਹਾਡੇ ਲਈ ਇੱਕ ਵਰਦਾਨ ਦੀ ਤਰ੍ਹਾਂ ਕੰਮ ਕਰੂੰਗਾ। ਇਸ ਉਪਾਅ ਦੇ ਚਮਤਕਾਰੀ ਨਤੀਜੇ ਤੁਹਾਨੂੰ ਕੁਝ ਦਿਨਾਂ ਦੇ ਅੰਦਰ ਹੀ ਦੇਖਣ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਇਹ ਨੁਸਖਾ ਤੁਹਾਨੂੰ ਪੇਟ ਦੀਆਂ ਤੇ ਸਰੀਰ ਦੀਆਂ ਕਈ ਸਾਰੀਆਂ ਭੈੜੀਆਂ ਬਿਮਾਰੀਆਂ ਤੋਂ ਬਚਾ ਕੇ ਰੱਖੂਗਾ। ਇਹ ਨੁਸਖਾ ਤੁਹਾਨੂੰ ਪੇਟ ਦੀ ਐਸਿਡਿਟੀ ਤੇ ਖੂਨ ਦੀ ਐਸਿਡਿਟੀ ਤੋਂ ਛੁਟਕਾਰਾ ਦਿਵਾਉਣ ਦੇ ਵਿੱਚ ਤੁਹਾਡੀ ਬਹੁਤ ਮਦਦ ਕਰੂੰਗਾ।